ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਗੁਰੂ ਗਰੀਬ ਨਿਵਾਜ ਕਿਛ ਰੂਪ ਨਹੀਂ, ਕਿਛ ਜਾਤ ਨਾਹੀ, ਕਿਛ ਢੰਗ ਨਾ ਮੇਰਾ। ਕਿਆ ਮੂੰਹ ਲੈ ਬੋਲਾਂ ਗੁਣ ਬਿਹੂਣ, ਨਾਮ ਜਪਿਆ ਨਾ ਤੇਰਾ। ਕਿਆ ਮੂੰਹ ਲੈ ਬੋਲਾਂ ਗੁਣ ਬਿਹੂਣ, ਨਾਮ ਜਪਿਆ ਨਾ ਤੇਰਾ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਪਤਿਤ ਪਾਵਨ ਕਿਰਪਾ ਨਿਧਾਨ ਵਾਲੀਏ ਕੁਲ ਆਲਮ, ਗਿਆਨ ਦੇ ਸਾਗਰ ਗੁਰਬਾਣੀ ਦੇ ਮੁਜੱਸਮੇ, ਸਰਵਰੇ ਕਾਇਨਾਤ ਸਮੁੱਚੀ ਮਾਨਵਤਾ ਦੀ ਇਕਲੌਤੀ ਆਸ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਬਾਰਗਾਹ ਦੇ ਅੰਦਰ ਸ਼ਸ਼ੋਭਤ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਕਾ ਖਾਸ ਰੂਪ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਡਭਾਗੇ ਹਾਂ, ਬਹੁਤ ਵੱਡੇ ਭਾਗ ਨੇ ਸਾਡੇ ਸਾਰਿਆਂ ਦੇ, ਜੋ ਸਾਹਿਬਾਂ ਦੀ ਪਾਵਨ ਗੋਦ ਵਿੱਚ ਬੈਠ ਕੇ ਜੀਵਨ ਦੀਆਂ ਇਹ ਘੜੀਆਂ ਸਫਲੀਆਂ ਕਰਨ ਦਾ ਸੁਭਾਗ ਸਮਾਂ ਸੁਭਾਗ ਅਵਸਰ ਪ੍ਰਾਪਤ ਹੋਇਆ ਹੈ। ਸਾਧ ਸੰਗਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਗੋਬਿੰਦ ਸਿੰਘ ਸੇਵਕ ਜਥਾ ਅਤੇ ਸਮੂਹ ਸਾਧ ਸੰਗਤ ਦੇ ਉਪਰਾਲੇ ਸਦਕਾ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ, ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਅਤੇ ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ 4 ਫਰਜ਼ੰਦ, ਤਿੰਨਾਂ ਦਾ ਸ਼ਹੀਦੀ ਦਿਹਾੜਾ ਬਹੁਤ ਸ਼ਰਧਾ ਅਤੇ ਭਾਵਨਾ ਦੇ ਨਾਲ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿਖੇ ਮਨਾਇਆ ਜਾ ਰਿਹਾ ਹੈ। ਸਾਧ ਸੰਗਤ ਦਾਸ ਤੋਂ ਪਹਿਲਾਂ ਗੁਰੂ ਘਰ ਦੇ ਕੀਰਤਨੀਆਂ ਨੇ ਆਪ ਸਰਬੱਤ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਹੈ।
ਆਓ ਕੁਝ ਸਮਾਂ ਦਾਸ ਨੇ ਆਪ ਜੀ ਦੇ ਨਾਲ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਉਹਨਾਂ 4 ਫਰਜ਼ੰਦਾਂ, 4 ਲਾਲਾਂ, 4 ਜਿਗਰ ਦੇ ਟੋਟਿਆਂ ਦੀ ਦਾਸਤਾਨ ਸਾਂਝੀ ਕਰਨੀ ਹੈ, ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਰਹਿੰਦੀ ਦੁਨੀਆ ਤੱਕ ਸੱਚ ਨੂੰ ਉਜਾਗਰ ਰੱਖਣ ਵਾਸਤੇ ਅਤੇ ਸਮੁੱਚੀ ਮਾਨਵਤਾ ਨੂੰ ਗੁਲਾਮੀਅਤ ਤੋਂ ਨਿਜਾਤ ਦਿਵਾਉਣ ਵਾਸਤੇ, ਗੁਲਾਮੀਅਤ ਦਾ ਖਹਿੜਾ ਛਡਾਉਣ ਵਾਸਤੇ ਆਪਣੀ ਕੁਰਬਾਨੀ ਦਿੱਤੀ। ਬੜੇ ਪਿਆਰ ਦੇ ਨਾਲ, ਬੜੀ ਭਾਵਨਾ ਦੇ ਨਾਲ, ਬੜੀ ਇਕਾਗਰਤਾ ਦੇ ਨਾਲ ਆਪਾਂ ਗੁਰੂ ਦੀ ਗੋਦ ਵਿੱਚ ਬੈਠ ਕੇ ਵਿਚਾਰਾਂ ਸਰਵਣ ਕਰਨੀਆਂ ਨੇ, ਕਿਉਂਕਿ ਮਹਾਰਾਜ ਕਹਿੰਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸਦ ਸੰਗਤ ਦੁਨੀਆ ਦੇ ਜਿੰਨੇ ਵੀ ਦਫ਼ਤਰ ਨੇ ਨਾ, ਦੁਨੀਆ ਦੇ ਜਿੰਨੇ ਵੀ ਦਫ਼ਤਰ ਨੇ, ਹਰ ਦਫ਼ਤਰ ਦੇ ਵਿੱਚ ਸਰੀਰ ਦੀ ਹਾਜ਼ਰੀ ਲੱਗਦੀ ਹੈ, ਸਰੀਰ ਦੀ ਹਾਜ਼ਰੀ। ਪਰ ਗੁਰੂ ਨਾਨਕ ਦਾ ਇਹ ਦਫ਼ਤਰ ਹੈ, ਗੁਰੂ ਨਾਨਕ ਦਾ ਇਹ ਦਰ ਹੈ ਜਿੱਥੇ ਸਰੀਰ ਦੀ ਹਾਜ਼ਰੀ ਨਹੀਂ ਬਲਕਿ ਮਨ ਦੀ ਹਾਜ਼ਰੀ ਲੱਗਣੀ ਹੈ, ਮਨ ਦੀ ਹਾਜ਼ਰੀ। ਜੇ ਸਰੀਰ ਕਰਕੇ ਬੈਠੇ ਆ, ਮਨ ਕਿਤੇ ਹੋਰ ਹੈ, ਗੁਰੂ ਨੂੰ ਪ੍ਰਵਾਨ ਨਹੀਂ। ਤੇ ਜੇ ਸਰੀਰ ਵੀ ਇੱਥੇ ਹੈ, ਮਨ ਵੀ ਇੱਥੇ ਹਾਜ਼ਰ ਹੈ, ਤੇ ਫਿਰ ਸਾਡਾ ਗੁਰੂ ਕੋਲ ਬੈਠਿਆ ਪ੍ਰਵਾਨ ਹੈ, ਲੇਖੇ ਵਿੱਚ ਹੈ। ਸਦ ਸੰਗਤ ਕਥਾ ਵਾਸਤੇ ਇੱਕ ਮਾਹੌਲ ਚਾਹੀਦਾ ਹੈ, ਤੇ ਜਿੰਨਾ ਚਿਰ ਉਹ ਮਾਹੌਲ ਨਾ ਬਣੇ, ਨਾ ਤੇ ਬੋਲਣ ਵਾਲੇ ਨੂੰ ਆਨੰਦ ਆਉਂਦਾ, ਨਾ ਸੁਣਨ ਵਾਲਿਆਂ ਨੂੰ ਆਨੰਦ ਆਉਂਦਾ, ਨਾ ਬਕਤੇ ਨੂੰ ਆਨੰਦ ਆਉਂਦਾ, ਨਾ ਸਰੋਤਿਆਂ ਨੂੰ ਆਨੰਦ ਆਉਂਦਾ। ਇਸ ਕਰਕੇ ਜਿਤਨਾ ਸਮਾਂ ਵੀ ਦਾਸ ਨੇ ਕਥਾ ਕਰਨੀ ਹੈ, ਵਿਚਾਰ ਕਰਨੀ ਹੈ, ਬੜੀ ਇਕਾਗਰਤਾ ਦੇ ਨਾਲ ਆਪਾਂ ਕੱਲੀ ਕੱਲੀ ਗੱਲ ਨੂੰ ਬੜੇ ਪਿਆਰ ਨਾਲ ਸਰਵਣ ਕਰਨਾ ਹੈ। ਸੋ ਆਓ ਸਾਧ ਸੰਗਤ, ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਦਸ਼ਮੇਸ਼ ਪਿਤਾ ਸਰਬੰਸ ਦਾਨੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ ਜੀ। ਇੱਕੋ ਵਾਰੀ ਕਹਿਣ ਤੇ ਬਖਸ਼ੋ ਅਸੀਸ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਦ ਸੰਗਤ ਦਾਸ ਨੇ ਸਾਕਾ ਚਮਕੌਰ ਆਪ ਜੀ ਦੇ ਨਾਲ ਇਤਿਹਾਸ ਸਾਂਝਾ ਕਰਨਾ ਹੈ, ਜਿਹਦੇ ਬਾਰੇ ਹਕੀਮ ਜੋਗੀ ਅੱਲਾ ਯਾਰ ਖਾਂ ਕਹਿੰਦਾ ਹੈ, हिंद में एक तीर्थ है यात्रा के लिए, कटाए बाप ने बच्चे जहां खुदा के लिए, तेरी मेहर में चमक है चमकौर के जरों में। साध संगत ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ, ਤੇ ਸੰਖੇਪ ਰੂਪ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾਸ ਨੇ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ। ਹੁਣ ਧਿਆਨ ਦੇਣਾ, ਇਤਿਹਾਸ ਕਹਿੰਦਾ ਹੈ ਕਿ 1704 ਦੇ ਵਿੱਚ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ। ਫਿਰ ਬੇਨਤੀ ਸਰਵਣ ਕਰਿਓ, 1704 ਦੇ ਵਿੱਚ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ। ਹੁਣ ਸਾਧ ਸੰਗਤ ਲਗਭਗ ਇਹ ਜਿਹੜਾ ਘੇਰਾ ਹੈ ਇਹ 7 ਮਹੀਨੇ ਚੱਲਿਆ ਜੀ। 7 ਮਹੀਨੇ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਰੱਖਿਆ। ਨਾ ਕਿਲੇ ਦੇ ਅੰਦਰ ਖਾਣ ਵਾਸਤੇ ਪ੍ਰਸ਼ਾਦਾ ਹੈ,
ਤੇ ਨਾ ਪੀਣ ਵਾਸਤੇ ਪਾਣੀ ਹੈ। ਹੁਣ ਸਾਧ ਸੰਗਤ ਆਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਉਹਨਾਂ ਗੁਰੂ ਦਿਆਂ ਲਾਲਾਂ ਦੀ ਜਿਹੜੀ ਹਾਲਤ ਹੈ ਉਹ ਬਹੁਤ ਤਰਸਯੋਗ ਹੈ, ਜਿਹਨੂੰ ਜੋਗੀ ਅੱਲਾ ਯਾਰ ਖਾਨ ਨੇ ਬਿਆਨ ਕੀਤਾ ਹੈ, ਜਿਸ ਦਮ आनंदपुर में सतगुर मकीम थे, हमरा घर के लोग थे और कुछ नदीम थे, चारों तरफ से गिला को गेरे गनीम थे, टूटे हुए रिज्क के दिल सिंगा दो नीम थे, भूख और प्यास की शिद्दत कमाल थी मुक्त सर की फौज वो भी निडाल थी। ध्यान देना साध संगत, किले दे अंदर ना खाण वास्ते प्रशादा है, ना पीण वास्ते पानी है, ते उन्हां गुरु दियां लालां दी हालत जिहड़ी है वो बहुत तरसयोग है। साध संगत धन साहिब श्री गुरु गोबिंद सिंह सच्चे पातशाह महाराज जी ने मुगलों ਅਤੇ ਪਹਾੜੀਆਂ ਦੀਆਂ ਖਾਧੀਆਂ ਹੋਈਆਂ ਕਸਮਾਂ ਤੇ ਅਤਬਾਰ ਕਰਕੇ ਅੱਧੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਫਿਰ ਬੇਨਤੀ ਸਰਵਣ ਕਰਿਓ, ਮੁਗਲਾਂ ਨੇ ਕੁਰਾਨ ਦੀ ਕਸਮ ਖਾਧੀ, ਪਹਾੜੀ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਉਹਦੀ ਕਸਮ ਖਾਧੀ, ਤੇ ਮਹਾਰਾਜ ਨੂੰ ਕਹਿੰਦੇ ਨੇ ਮਹਾਰਾਜ ਤੁਸੀਂ ਆਨੰਦਪੁਰ ਛੱਡ ਦਿਓ, ਆਨੰਦਪੁਰ ਖਾਲੀ ਕਰ ਦਿਓ, ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ। ਹੁਣ ਸਾਧ ਸੰਗਤ ਧਿਆਨ ਦੇਣਾ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਖਾਧੀਆਂ ਹੋਈਆਂ ਕਸਮਾਂ ਤੇ ਅਤਬਾਰ ਕਰਕੇ ਅੱਧੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਇੱਥੇ ਮੈਂ ਸਾਧ ਸੰਗਤ ਬੇਨਤੀ ਕਰਨੀ ਚਾਹਾਂਗਾ, ਵੇਖੋ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜ਼ਫਰਨਾਮੇ ਦੇ ਵਿੱਚ ਔਰੰਗਜ਼ੇਬ ਨੂੰ ਫਿਟਕਾਰ ਪਾਉਂਦੇ ਨੇ। ਮਹਾਰਾਜ ਕਹਿੰਦੇ ਨੇ ਐ ਔਰੰਗਜ਼ੇਬ, ਤੇਰੇ ਐਲਕਾਰਾਂ ਨੇ, ਤੇਰੇ ਸਿਪਾਹੀਆਂ ਨੇ ਕੁਰਾਨ ਦੀਆਂ ਕਸਮਾਂ ਖਾਧੀਆਂ ਤੇ ਕੁਰਾਨ ਉੱਤੇ ਹੱਥ ਰੱਖ ਕੇ ਇਹ ਗੱਲ ਕਹੀ ਕਿ ਮਹਾਰਾਜ ਤੁਸੀਂ ਆਨੰਦਪੁਰ ਖਾਲੀ ਕਰ ਦਿਓ, ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਸੱਚ ਜਾਣੀ ਔਰੰਗਜ਼ੇਬ, ਅਸੀਂ ਜਿੱਦਾਂ ਹੀ ਆਨੰਦਪੁਰ ਖਾਲੀ ਕੀਤਾ, ਜਿਨ੍ਹਾਂ ਨੇ ਕਸਮਾਂ ਖਾਧੀਆਂ ਸੀ ਉਹਨਾਂ ਨੇ ਤੀਰਾਂ ਅਤੇ ਤਲਵਾਰਾਂ ਦੇ ਨਾਲ ਸਾਡੇ ਉੱਤੇ ਹਮਲਾ ਬੋਲ ਦਿੱਤਾ, ਸਾਡੇ ਉੱਤੇ ਹੱਲਾ ਬੋਲ ਦਿੱਤਾ। ਤੇ ਮਹਾਰਾਜ ਔਰੰਗਜ਼ੇਬ ਨੂੰ ਇਹ ਗੱਲ ਕਹਿੰਦੇ ਨੇ, ਔਰੰਗਜ਼ੇਬ ਜੇ ਕਿਤੇ ਇਹ ਕਸਮ ਮੈਂ ਖਾਧੀ ਹੁੰਦੀ ਤੇ ਮੈਂ ਇਸ ਕਸਮ ਨੂੰ ਤੋੜ ਨਿਭਾਉਣਾ ਸੀ, ਭਾਵ ਮੈਂ ਆਪਣੇ ਬਚਨਾਂ ਦੇ ਉੱਤੇ ਅਟਲ ਰਹਿਣਾ ਸੀ। ਬਕਾਇਦਾ ਮਹਾਰਾਜ ਨੇ ਜ਼ਫਰਨਾਮੇ ਦੇ ਵਿੱਚ ਲਿਖਿਆ, ਕਸਮ ਮੁਸਹਫੇ ਖਦੀ ਗਰ ਈ ਖੁਰਮ ਨਾ ਅਫਵਾਜ ਅਜੀ ਜੇਰ ਸੁਮ ਅਫਗਨਮ, ਵੀ ਤੇਰੇ ਸਿਪਾਹੀ ਤੇਰੇ ਐਲਕਾਰ ਕਸਮਾਂ ਖਾ ਕੇ ਮੁੱਕਰ ਗਏ, ਪਰ ਸੱਚ ਜਾਣੀ ਔਰੰਗਜ਼ੇਬ ਜੇ ਕਿਤੇ ਮੈਂ ਕਸਮਾਂ ਖਾਧੀਆਂ ਹੁੰਦੀਆਂ ਤੇ ਮੈਂ ਉਹਨਾਂ ਕਸਮਾਂ ਨੂੰ ਤੋੜ ਨਿਭਾਉਣਾ ਸੀ, ਮੈਂ ਆਪਣੇ ਬਚਨਾਂ ਦੇ ਉੱਤੇ ਅਟਲ ਰਹਿਣਾ ਸੀ। ਇੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਇੱਕ ਗੱਲ ਹੋਰ ਕਹਿੰਦੇ ਨੇ, ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਔਰੰਗਜ਼ੇਬ ਮੇਰਾ ਦਿਲ ਨਹੀਂ ਸੀ ਕਰਦਾ ਮੈਂ ਕਿਰਪਾਨ ਚੁੱਕਾਂ, ਔਰੰਗਜ਼ੇਬ ਮੇਰਾ ਦਿਲ ਨਹੀਂ ਸੀ ਕਰਦਾ ਕਿ ਇਸ ਧਰਤੀ ਦੇ ਉੱਤੇ ਲਹੂ ਡੁੱਲੇ, ਖੂਨ ਡੁੱਲੇ, ਪਰ ਸੱਚ ਜਾਣੀ ਔਰੰਗਜ਼ੇਬ ਮੈਨੂੰ ਕਿਰਪਾਨ ਚੁੱਕਣ ਦੇ ਉੱਤੇ ਤੂੰ ਮਜਬੂਰ ਕੀਤਾ। ਜਦੋਂ ਤੇਰੇ ਐਲਕਾਰਾਂ ਨੇ, ਤੇਰੇ ਸਿਪਾਹੀਆਂ ਨੇ ਕਸਮਾਂ ਖਾ ਕੇ ਮੇਰੇ ਉੱਤੇ ਹਮਲਾ ਬੋਲਿਆ ਤੀਰਾਂ ਦੇ ਨਾਲ, ਤਲਵਾਰਾਂ ਦੇ ਨਾਲ, ਤੇ ਔਰੰਗਜ਼ੇਬ ਮਜਬੂਰ ਹੋ ਕੇ ਮੈਨੂੰ ਵੀ ਕਿਰਪਾਨ ਚੁੱਕਣੀ ਪਈ, ਮਜਬੂਰ ਹੋ ਕੇ ਮੈਨੂੰ ਵੀ ਕਿਰਪਾਨ ਨੂੰ ਹੱਥ ਪਾਉਣਾ ਪਿਆ। ਸਾਧ ਸੰਗਤ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਰਸਾ ਦੇ ਕੰਢੇ ਦੇ ਉੱਤੇ ਪਹੁੰਚਦੇ ਨੇ। ਅੰਮ੍ਰਿਤ ਵੇਲਾ ਹੋਇਆ,
ਅੰਮ੍ਰਿਤ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਰਸਾ ਦੇ ਕੰਢੇ ਦੇ ਉੱਤੇ ਦੀਵਾਨ ਸਜਾਉਂਦੇ ਨੇ। ਭਾਗਾਂ ਵਾਲਿਓ, ਅੰਮ੍ਰਿਤ ਵੇਲੇ ਨਿਤਨੇਮ ਦੀਆਂ ਬਾਣੀਆਂ ਦਾ ਜਾਪ ਕੀਤਾ ਜਾਂਦਾ ਹੈ। ਜਿੱਥੇ ਅੰਮ੍ਰਿਤ ਵੇਲੇ ਨਿਤਨੇਮ ਦੀਆਂ ਬਾਣੀਆਂ ਦਾ ਜਾਪ ਕੀਤਾ ਜਾਂਦਾ ਹੈ, ਉਥੇ ਨਾਲ ਹੀ ਕਲਗੀਧਰ ਪਾਤਸ਼ਾਹ ਮਹਾਰਾਜ ਆਪ ਆਸਾ ਕੀ ਵਾਰ ਦਾ ਕੀਰਤਨ ਕਰਦੇ ਨੇ। ਭਾਗਾਂ ਵਾਲਿਓ, ਸਤਿਗੁਰੂ ਪਾਤਸ਼ਾਹ ਆਸਾ ਕੀ ਵਾਰ ਦਾ ਕੀਰਤਨ ਕਰ ਰਹੇ ਨੇ ਤੇ ਦੂਜੇ ਪਾਸੇ ਭਾਈ ਉਦੈ ਸਿੰਘ 50 ਸਿੰਘਾਂ ਦੇ ਨਾਲ ਦੁਸ਼ਮਣਾਂ ਦੀ ਫੌਜ ਦੇ ਨਾਲ ਮੁਕਾਬਲਾ ਕਰਦੇ ਪਏ ਨੇ। ਇੱਥੇ ਪਰਿਵਾਰ ਤਿੰਨਾਂ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ, ਉਹ ਵਿਛੜ ਕੇ ਸਰਸਾ ਦੇ ਕੰਢੇ ਕੰਢੇ ਤੁਰੇ ਜਾ ਰਹੇ ਨੇ। ਦੋਵੇਂ ਮਾਤਾਵਾਂ, ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਉਹ ਭਾਈ ਮਣੀ ਸਿੰਘ ਦੇ ਨਾਲ ਦਿੱਲੀ ਵੱਲ ਨੂੰ ਚਾਲੇ ਪਾ ਲੈਂਦੇ ਨੇ। ਤੇ ਸਾਧ ਸੰਗਤ, ਇਸੇ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਉਹਨਾਂ ਦੇ ਦੋਵੇਂ ਫਰਜ਼ੰਦ ਤੇ 40 ਕੁ ਸਿੰਘ ਸਰਸਾ ਨੂੰ ਪਾਰ ਕਰਕੇ ਚਮਕੌਰ ਵੱਲ ਨੂੰ ਚਾਲੇ ਪਾ ਦਿੰਦੇ ਨੇ। ਹੁਣ ਸਾਧ ਸੰਗਤ ਧਿਆਨ ਦੇਣਾ, 50 ਸਿੰਘਾਂ ਦੇ ਨਾਲ ਮੁਕਾਬਲਾ ਕਰਦਿਆਂ ਹੋਇਆਂ ਭਾਈ ਉਦੈ ਸਿੰਘ ਸਰਸਾ ਦੇ ਕੰਢੇ ਦੇ ਉੱਤੇ ਸ਼ਹਾਦਤ ਦਾ ਜਾਮ ਪੀਂਦੇ ਨੇ। ਇਸੇ ਤਰ੍ਹਾਂ ਝੱਖੀਆਂ ਪਿੰਡ ਦੀ ਜੂਹ ਤੇ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ 100 ਸਿੰਘਾਂ ਦੇ ਨਾਲ ਮੁਗਲਾਂ ਦੀ ਫੌਜ ਦੇ ਨਾਲ, ਰੰਗੜਾਂ ਦੇ ਨਾਲ ਜੂਝਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀਂਦੇ ਨੇ। ਹੁਣ ਸਾਧ ਸੰਗਤ, ਪਰਿਵਾਰ ਤਿੰਨਾਂ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੇ ਨਾਲ ਨੇ, ਦੋਵੇਂ ਮਾਤਾਵਾਂ ਭਾਈ ਮਣੀ ਸਿੰਘ ਦੇ ਨਾਲ ਨੇ, ਉਹਨਾਂ ਨੇ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ। ਤੇ ਇਸੇ ਤਰ੍ਹਾਂ ਜਿਹੜੇ ਵੱਡੇ ਸਾਹਿਬਜ਼ਾਦੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤੇ 40 ਸਿੰਘ ਨਾਲ ਨੇ, ਉਹਨਾਂ ਨੇ ਚਮਕੌਰ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ। ਹੁਣ ਸਾਧ ਸੰਗਤ ਧਿਆਨ ਦੇਣਾ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤੇ ਵੱਡੇ ਸਾਹਿਬਜ਼ਾਦੇ 40 ਸਿੰਘ ਨਾਲ ਨੇ ਚਮਕੌਰ ਪਹੁੰਚਦੇ ਨੇ। ਇੱਥੇ ਚਮਕੌਰ ਦੇ ਰਹਿਣ ਵਾਲੇ ਦੋ ਭਰਾ, ਇੱਕ ਦਾ ਨਾਮ ਹੈ ਗਰੀਬ ਚੰਦ ਤੇ ਇੱਕ ਦਾ ਨਾਮ ਹੈ ਭਾਈ ਬੁੱਧੀ ਚੰਦ ਰਾਵਤ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਭਾਈ ਬੁੱਧੀ ਚੰਦ ਰਾਵਤ ਨੂੰ ਮਿਲਦੇ ਨੇ। ਇਹ ਜਿਹੜਾ ਭਾਈ ਬੁੱਧੀ ਚੰਦ ਰਾਵਤ ਹੈ, ਇਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਬੜਾ ਪਿਆਰ ਕਰਦਾ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਬੜਾ ਪਿਆਰ ਕਰਦਾ ਹੈ। ਤੇ ਇਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿੰਦਾ ਹੈ, ਮਹਾਰਾਜ ਇੱਥੇ ਮੇਰੀ ਇੱਕ ਕੱਚੀ ਗੜੀ ਹੈ, ਜੇ ਸਤਿਗੁਰੂ ਪਾਤਸ਼ਾਹ ਜੀ ਤੁਸੀਂ ਇੱਥੇ ਵਿਸ਼ਰਾਮ ਕਰਨਾ ਚਾਹੁੰਦੇ ਹੋ ਤੇ ਤੁਸੀਂ ਇੱਥੇ ਵਿਸ਼ਰਾਮ ਕਰ ਸਕਦੇ ਹੋ। ਹੁਣ ਕਲਗੀਧਰ ਪਾਤਸ਼ਾਹ ਮਹਾਰਾਜ ਬੜੇ ਖੁਸ਼ ਹੋਏ ਤੇ ਸਤਿਗੁਰੂ ਪਾਤਸ਼ਾਹ ਨੇ ਭਾਈ ਬੁੱਧੀ ਚੰਦ ਰਾਵਤ ਨੂੰ ਆਪਣੇ ਸੀਨੇ ਦੇ ਨਾਲ ਲਾਇਆ ਤੇ ਬੇਅੰਤ ਬਖਸ਼ਿਸ਼ਾਂ ਭਾਈ ਬੁੱਧੀ ਚੰਦ ਰਾਵਤ ਦੀ ਝੋਲੀ ਦੇ ਵਿੱਚ ਪਾਈਆਂ। ਹੁਣ ਸਾਧ ਸੰਗਤ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉਸ ਕੱਚੀ ਗੜੀ ਦੇ ਜਦੋਂ ਬਾਹਰ ਪਹੁੰਚਦੇ ਨੇ, ਬਾਹਰ ਜਾ ਕੇ ਖਲੋਂਦੇ ਨੇ ਤੇ ਸਤਿਕਾਰਯੋਗ ਭਾਈ ਦਇਆ ਸਿੰਘ ਜੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਪੁੱਛ ਕਰਦੇ ਨੇ ਕਿ ਸਤਿਗੁਰੂ ਪਾਤਸ਼ਾਹ ਜੀ ਆਪਾਂ ਕਿੱਥੇ ਆਏ ਆ? ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਸਾਨੂੰ ਕਿੱਥੇ ਲੈ ਕੇ ਆਏ ਹੋ? ਤੇ ਸੱਚ ਜਾਣਿਓ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਵਾਬ ਦਿੰਦੇ ਨੇ, ਜਿਸ ਦਾ ਜ਼ਿਕਰ ਬਹੁਤ ਸੋਹਣਾ ਜੋਗੀ ਅੱਲਾ ਯਾਰ ਖਾਨ ਨੇ ਕੀਤਾ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਭਾਈ ਦਇਆ ਸਿੰਘ ਨੂੰ ਕਹਿੰਦੇ ਨੇ, ਜਿਸ खित्ते में हम कहते थे आना जे वही है, जिस खित्ते में हम कहते थे आना जे वही है, कल लुटकर जिस जगह से जाना जे वही है, जिस जहाँ पे है बच्चों को कटाना जे वही है,
माटी कह देती है जे टिकाना वही है। गुरु कलगीधर पातशाह महाराज भाई दया सिंह नूं कहंदे ने, भाई दया सिंह जी ਇਹ ਉਹ ਜਗ੍ਹਾ ਏ ਜਿੱਥੇ ਆਪਾਂ ਸਾਰਿਆਂ ਨੇ ਆਉਣਾ ਸੀ। ਭਾਈ ਦਇਆ ਸਿੰਘ ਜੀ ਇਹ ਉਹ ਜਗ੍ਹਾ ਏ ਜਿੱਥੇ ਮੈਂ ਕੱਲ ਨੂੰ ਆਪਣਾ ਸਾਰਾ ਕੁਝ ਲੁਟਾ ਕੇ ਚਲੇ ਜਾਣਾ ਹੈ। ਭਾਈ ਦਇਆ ਸਿੰਘ ਜੀ ਇਹ ਉਹ ਜਗ੍ਹਾ ਏ ਜਿੱਥੇ ਕੱਲ ਨੂੰ ਮੇਰੇ ਵੱਡੇ ਲਾਲਾ ਨੇ ਤੇ ਇਹਨਾਂ ਮੇਰੇ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਣਾ ਏ। ਭਾਈ ਦਇਆ ਸਿੰਘ ਜੀ ਇਹ ਕੱਚੀ ਗੜੀ ਉਹ ਗੜੀ ਏ ਜਿੱਥੇ ਅਸੀਂ ਸਾਰਿਆਂ ਨੇ ਆਉਣਾ ਸੀ। ਹੁਣ ਧਿਆਨ ਦੇਣਾ ਸਾਧ ਸੰਗਤ, ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹ ਗੱਲ ਕਹੀ ਤੇ ਮਹਾਰਾਜ ਉਸ ਕੱਚੀ ਗੜੀ ਦੇ ਅੰਦਰ ਚੱਲੇ ਨੇ। ਉਹ ਜਿਹੜੀ ਚਮਕੌਰ ਦੇ ਵਿੱਚ ਗੜੀ ਏ, ਬੁੱਧੀ ਚੰਦ ਰਾਵਤ ਦੀ ਹਵੇਲੀ ਏ, ਸਤਿਗੁਰੂ ਪਾਤਸ਼ਾਹ ਉਸ ਕੱਚੀ ਗੜੀ ਦੇ ਅੰਦਰ ਚੱਲੇ ਨੇ। ਜਦੋਂ ਮਹਾਰਾਜ ਅੰਦਰ ਚੱਲੇ ਨੇ, ਸਤਿਗੁਰੂ ਪਾਤਸ਼ਾਹ ਦਰਵਾਜ਼ੇ ਦੇ ਵਿੱਚ ਖਲੋਤੇ ਨੇ ਤੇ ਇਤਿਹਾਸ ਕਹਿੰਦਾ ਏ ਕਿ ਮਹਾਰਾਜ ਨੇ ਆਪਣੀ ਮਿਆਨ ਦੇ ਵਿੱਚੋਂ ਖੰਜਰ ਕੱਢਿਆ ਤੇ ਉਸ ਕੱਚੀ ਗੜੀ ਦੀ ਕੰਧ ਦੇ ਵਿੱਚ ਖੰਜਰ ਨੂੰ ਖਬੋ ਕੇ ਉਹਦੇ ਵਿੱਚੋਂ ਇੱਕ ਮਿੱਟੀ ਦੀ ਡਲੀ ਬਾਹਰ ਕੱਢੀ। ਉਸ ਮਿੱਟੀ ਦੀ ਡਲੀ ਨੂੰ ਬਾਹਰ ਕੱਢ ਕੇ ਸਤਿਗੁਰੂ ਪਾਤਸ਼ਾਹ ਨੇ ਆਪਣੇ ਹੱਥ ਦੇ ਉੱਤੇ ਰੱਖਿਆ ਤੇ ਉਸ ਮਿੱਟੀ ਨੂੰ ਪੀਸ ਕੇ ਮਹਾਰਾਜ ਨੇ ਉਹਨੂੰ ਹਵਾ ਦੇ ਵਿੱਚ ਉਡਾ ਦਿੱਤਾ। ਸਾਰਾ ਕੁਝ ਭਾਈ ਦਇਆ ਸਿੰਘ ਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਤੇ ਸਤਿਕਾਰਯੋਗ ਭਾਈ ਦਇਆ ਸਿੰਘ ਜੀ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਪੁੱਛ ਕਰਦੇ ਨੇ ਕਿ ਸਤਿਗੁਰੂ ਪਾਤਸ਼ਾਹ ਜੀ ਇਹ ਕੀ ਕੌਤਕ ਹੈ? ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਇਹ ਕੀ ਮਾਜਰਾ ਹੈ? ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਵਾਬ ਦਿੰਦੇ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਭਾਈ ਦਇਆ ਸਿੰਘ ਜੀ ਅੱਜ ਤੱਕ ਮੈਂ ਖਾਲਸੇ ਦੇ ਕੋਲੋਂ ਕੁਝ ਨਹੀਂ ਲੁਕੋ ਕੇ ਰੱਖਿਆ। ਭਾਈ ਦਇਆ ਸਿੰਘ ਜੀ ਆ ਜਿਹੜੀ ਮੈਂ ਮਿੱਟੀ ਹਵਾ ਦੇ ਵਿੱਚ ਉਡਾਈ ਏ, ਇੱਕ ਗੱਲ ਚੇਤੇ ਰੱਖਿਓ, ਇਹ ਕੱਚੀ ਗੜੀ ਏ, ਅੱਜ ਇਹਦੇ ਅੰਦਰ ਪੱਕਿਆਂ ਦਾ ਵਾਸਾ ਹੋ ਜਾਣਾ ਏ ਔਰ ਇਸ ਕੱਚੀ ਗੜੀ ਦੇ ਅੱਗੇ ਵੱਡੇ ਵੱਡੇ ਕਿਲੇ ਝੁਕ ਜਾਣਗੇ। ਆ ਜਿਹੜੀ ਮੈਂ ਮਿੱਟੀ ਹਵਾ ਦੇ ਵਿੱਚ ਉਡਾਈ ਏ, ਇੱਕ ਸਮਾਂ ਆਵੇਗਾ ਲੱਖਾਂ ਸਿੱਖ ਸੰਗਤਾਂ ਇਸ ਚਮਕੌਰ ਦੀ ਗੜੀ ਦੇ ਅੱਗੇ ਨਕ ਮਸਤਕ ਹੋਣਗੀਆਂ ਤੇ ਇਹ ਜਿਹੜੀ ਮਿੱਟੀ ਏ, ਇਹ ਜਿਹੜੀ ਚਰਨ ਧੂੜੇ ਇਹਨੂੰ ਆਪਣੇ ਮੱਥੇ ਦੇ ਉੱਤੇ ਲਾਉਣਗੀਆਂ। ਸਾਧ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵੱਡੇ ਫਰਜ਼ੰਦ ਤੇ 40 ਸਿੰਘ ਚਮਕੌਰ ਦੀ ਗੜੀ ਦੇ ਅੰਦਰ ਜਾਂਦੇ ਨੇ। ਜਦੋਂ ਮਹਾਰਾਜ ਚਮਕੌਰ ਦੀ ਗੜੀ ਦੇ ਅੰਦਰ ਜਾਂਦੇ ਨੇ, ਇੱਥੇ ਬੜਾ ਪਿਆਰਾ ਲਿਖਿਆ ਹੈ ਜੀ ਜੋਗੀ ਅੱਲਾ ਯਾਰ ਖਾਨ ਨੇ। ਉਹ ਕਹਿੰਦਾ, ਜਿਸ ਦਮ ਕਿਲਾ ਮੇ ਜਾ ਉਤਰੀ ਥੀ ਸਤਗੁਰ ਕੀ ਸਵਾਰੀ, ਵਾਹਿਗੁਰੂ ਕੀ ਫਤਿਹ थी दलेरों ने पुकारी, वो हुमा शेरों का वो आवाज थी भारी, थर्रा गया चमकौर हुआ जलजला भारी। जोगी अल्लाह यार खां कहंदा है कि जदों गुरु गोबिंद सिंह सच्चे पातशाह महाराज 40 सिंह चमकौर दी गड़ी दे अंदर जांदे ने, ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫਤਿਹ ਬੁਲਾਉਂਦੇ ਨੇ ਤੇ ਮਹਾਰਾਜ 40 ਸਿੰਘਾਂ ਨੂੰ ਫਤਿਹ ਬੁਲਾਉਂਦੇ ਨੇ। ਹੁਣ ਧਿਆਨ ਦੇਣਾ, ਜੋਗੀ ਅੱਲਾ ਯਾਰ ਖਾਂ ਕਹਿੰਦਾ ਜਦੋਂ ਸਿੰਘ ਮਹਾਰਾਜ ਨੂੰ ਫਤਿਹ ਬੁਲਾਉਂਦੇ ਨੇ, ਮਹਾਰਾਜ ਸਿੰਘਾਂ ਨੂੰ ਫਤਿਹ ਬੁਲਾਉਂਦੇ ਨੇ, ਏਡੀ ਉੱਚੀ ਆਵਾਜ਼ ਦੇ ਨਾਲ ਫਤਿਹ ਬੁਲਾਈ ਇੱਕ ਦੂਸਰੇ ਨੂੰ, ਇਦਾਂ ਲੱਗਿਆ ਜਿੱਦਾਂ ਚਮਕੌਰ ਦੇ ਵਿੱਚ ਭੁਚਾਲ ਆ ਗਿਆ ਹੋਵੇ, ਜਿੱਦਾਂ ਚਮਕੌਰ ਕੰਬ ਗਿਆ ਹੋਵੇ। ਵੇਖੋ ਵੇਖੋ ਭਾਗਾਂ ਵਾਲਿਓ, ਬੰਦਾ 1-2 ਦਿਨ ਰੋਟੀ ਨਾ ਖਾਵੇ ਤੇ ਸੱਚ ਜਾਣਿਓ ਬੰਦੇ ਦੀ ਆਵਾਜ਼ ਨਹੀਂ ਨਿਕਲਦੀ। ਪਰ ਕਮਾਲ ਦੀ ਗੱਲ ਹੈ, 7 ਮਹੀਨਿਆਂ ਤੋਂ ਉਹ 40 ਸਿੰਘ ਭੁੱਖੜ ਭਾਣੇ ਨੇ, ਜਿਨ੍ਹਾਂ ਨੇ ਨਾ ਪ੍ਰਸ਼ਾਦਾ ਛਕਿਆ ਤੇ ਨਾ ਪੀਣ ਵਾਸਤੇ ਪਾਣੀ ਹੈ।
पर कमाल दी गल है, इन्नी गरजवीं आवाज़ दे विच उन्हां 40 ਸਿੰਘਾਂ ने कलगीधर पातशाह नूं फतेह बुलाई ते महाराज ने इन्नी चढ़दी कला दे नाल फतेह दा जवाब दिता। जोगी अल्लाह यार खान नूं इह लिखना पै गया कि जदों एक दूसरे नूं फतेह बुलाई इदां लगा जिद्दां चमकौर कंब गया होवे, जिद्दां चमकौर दे विच भुचाल आ गया होवे। हुण साध संगत महाराज चमकौर दी गढ़ी दे अंदर जांदे ने, 40 ਸਿੰਘ महाराज दे कोल ने, दोवें फरजंद कलगीधर पातशाह महाराज दे नाल ने। ते इत्थे जोगी अल्लाह यार खां ने बड़े प्यारे बचन लिखे ने। जोगी अल्लाह यार खां कहंदा है, खेमे किए इस्तादे वही उठ के किसी ने। कहंदे जदों महाराज चमकौर दी गढ़ी दे अंदर चले गए, 40 ਸਿੰਘ ਜਿਹੜੇ ਨੇ ਉਹ ਵੀ ਮਹਾਰਾਜ ਦੇ ਨਾਲ ਨੇ। ਮਹਾਰਾਜ ਵੀ ਬੈਠ ਗਏ ਚੌਂਕੜਾ ਮਾਰ ਕੇ ਤੇ 40 ਸਿੰਘ ਵੀ ਜਿਹੜੇ ਨੇ ਉਹ ਵੀ ਮਹਾਰਾਜ ਦੇ ਕੋਲ ਬਹਿ ਗਏ, ਉਹ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਬਹਿ ਗਏ। ਤੇ ਜੋਗੀ ਅੱਲਾ ਯਾਰ ਖਾਂ ਕਹਿੰਦਾ ਵੀ ਸਭ ਤੋਂ ਪਹਿਲਾ ਕੰਮ ਜਿਹੜਾ ਏ ਉਹ ਮਹਾਰਾਜ ਕੀ ਕਰਦੇ ਨੇ। ਸਭ ਤੋਂ ਪਹਿਲਾ ਕੰਮ ਮਹਾਰਾਜ ਚਮਕੌਰ ਦੀ ਗੜੀ ਦੇ ਅੰਦਰ ਜਾ ਕੇ ਦੀਵਾਨ ਸਜਾਉਂਦੇ ਨੇ ਤੇ ਭਾਗਾਂ ਵਾਲਿਓ ਸ਼ਾਮਾਂ ਨੂੰ ਰਹਿ ਰਾਸ ਦਾ ਪਾਠ ਹੁੰਦਾ ਹੈ। ਇਹ ਜੋਗੀ ਅੱਲਾ ਯਾਰ ਖਾਨ ਨੇ ਲਿਖਿਆ ਹੈ, ਖੇਮੇ ਕੀਏ ਉਸਤਾਦੇ वही उठ के किसी ने, कमर खोली आराम को हर एक जरी ने, रह रास का दीवान सजाया गुरु जी ने, सर शाम मिलके भजन गाए सभी ने, खाना कई वक्तों से मौसर ना था आया, उस रात भी सिंहों ने कड़ाका ही उठाया। भागा वालियो महाराज अंदर जाते ने, सब तो पहला दीवान सजदे ने, रह रास दा पाठ हुंदा है, सारे मिल के उस रब दी उस परमात्मा दी भगती करते ने। ते एंड दे विच जोगी अल्लाह यार खां कहंदा है, वो कहंदा है भी 7 महीनिਆਂ तो गुरु दे लाल भुखे ने जिन्हां नूं खाण वास्ते कुछ नहीं मिलिया, ना खाण वास्ते प्रशादा ना पीण वास्ते पानी। 7 महीनिਆਂ तो अगे भुखे ने ते जिहड़ी चमकौर दी गढ़ी दे अंदर सिंह रात कटदे ने, उस दिन भी उन्हां नूं खाण वास्ते कुछ नहीं मिलदा। भी उस दिन भी वो जिहड़े सिंह ने महाराज ने जां महाराज दे फरजंद ने वो भुखे रहिंदे ने। वेखो जी इत्थे मैं एक बेनती करनी चाहांगा, भागां वालिओ 3 तरह दे लोक हुंदे ने, 3 तरह दे लोक जिन्हां दी संसार विच मनता हुंदी है, जिन्हां नूं संसार मनदा है। एक कोई मनुख बहुत ताकतवर होवे ते ओदी मनता हुंदी है भी ये बंदा बहुत ताकतवर है। दूसरे नंबर दे उत्ते मनुख बहुत ज़्यादा सोहना होवे ते ओनू लोक तां मनदे ने भी ये बहुत सोहना है, बहुत खूबसूरत है। ते तीसरे नंबर उत्ते मनुख बहुत ज़्यादा चलाक होवे ते ओदी तां मनता हुंदी है भी ये बहुत ज़्यादा चलाक है, इहदा जिहड़ा दिमाग है वो बहुत तेज है। 3 तरह के लोग ने जिन्हां नूं संसार मनदा है, जां ते बंदा शरीरक तौर ते ताकतवर होवे, जां बंदा बहुत खूबसूरत होवे ते जां बंदा मन करके बहुत चलाक होवे। इन्हां 3 तरह के लोगों की समाज दे विच मनता हुंदी है। पर सच जाणिओ भागां वालिओ, भुख दे अगे ताकत भी झुक जाती है, भुख दे अगे सुहप्पण भी झुक जाता है, ते भुख दे अगे बंदे दा जिहड़ा चलाकपुणा हुंदा है वो भी झुक जाता है। और बकायदा महाराज ने बाणी दे विच उदाहरणां दित्तियां। हुण वेखो साध संगत, जिहड़ा हाथी है ना, हाथी बहुत ताकतवर हुंदा है। जे बंदा कोई उदां कहे ना मैं हाथी नूं फड़ लवां ते बंदा हाथी नूं नहीं फड़ सकदा। हुण हाथी नूं किद्दां फड़िया जांदा है? हाथी दे अंदर काम वासना हुंदी है। कहंदे ने घाह दी एक हस्तनी बनाई जाती है ते काम वासना अधीन हाथी जदों उहदे कोल आउंदा है ते एक खूह दे विच डिग पैंदा है। जदों हाथी खूह विच डिगदा है 15 दिन महावत उहनूं भुखा रखदा है, 15 दिन ते 15 दिनां बाद वो एक आवाज़ कढ़दा है जिहदे तो पता लग जाता है भी ये साडी गुलामी कबूल चुका है, ये साडा गुलाम बन के रहेगा। हाथी कितना ताकतवर है, पर भुख दा सताया होया हाथी जिहड़ा है वो महावत दी गुलामी कबूल लैंदा है, महावत दी गुलामी कबूल लैंदा है।
ਭਾਗਾਂ ਵਾਲਿਓ ਉਹ ਗੁਲਾਮ ਬਣ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਬਾਂਦਰ ਹੁੰਦਾ ਹੈ ਨਾ, ਬਾਂਦਰ ਬੜਾ ਚਲਾਕ ਹੁੰਦਾ ਹੈ, ਪਰ ਸੱਚ ਜਾਣਿਓ ਚੰਦ ਦਾਣਿਆਂ ਦੀ ਖਾਤਰ ਲੋਭ ਵਿੱਚ ਆਇਆ ਬਾਂਦਰ ਜਿਹੜਾ ਹੈ ਉਹ ਜਿਹੜਾ ਮਦਾਰੀ ਦਾ ਗੁਲਾਮ ਬਣ ਜਾਂਦਾ ਹੈ ਤੇ ਸਾਰੀ ਜ਼ਿੰਦਗੀ ਮਦਾਰੀ ਜਿਹੜਾ ਹੈ ਉਹਨੂੰ ਘਰ ਘਰ ਨਚਾਉਂਦਾ ਹੈ। ਭਾਗਾਂ ਵਾਲਿਓ ਬਾਂਦਰ ਬਹੁਤ ਚਲਾਕ ਹੈ, ਪਰ ਚੰਦ ਦਾਣਿਆਂ ਦੀ ਖਾਤਰ ਜਿਹੜਾ ਬਾਂਦਰ ਹੈ ਉਹ ਗੁਲਾਮ ਬਣ ਜਾਂਦਾ ਹੈ ਮਦਾਰੀ ਦਾ। ਸਾਰੀ ਜ਼ਿੰਦਗੀ ਉਹਦੇ ਕੋਲ ਜਿਹੜਾ ਹੈ ਉਹ ਰਹਿੰਦਾ ਹੈ ਤੇ ਜਿੱਦਾਂ ਮਦਾਰੀ ਕਹਿੰਦਾ ਹੈ ਬਾਂਦਰ ਉਦਾਂ ਕਰਦਾ ਹੈ। ਇਸੇ ਤਰ੍ਹਾਂ ਜਿਹੜਾ ਤੋਤਾ ਹੁੰਦਾ ਹੈ ਬਹੁਤ ਖੂਬਸੂਰਤ ਹੁੰਦਾ ਹੈ, ਪਰ ਭੁੱਖ ਦਾ ਸਤਾਇਆ ਤੋਤਾ ਵੀ ਜਿਹੜਾ ਹੈ ਉਹ ਗੁਲਾਮੀ ਨੂੰ ਕਬੂਲ ਕਰ ਲੈਂਦਾ ਹੈ। ਕਹਿਣ ਤੋਂ ਭਾਵ ਤਾਕਤ ਵੀ ਸੁਹੱਪਣ ਦੇ ਅੱਗੇ ਝੁਕ ਜਾਂਦੀ ਹੈ, ਸੁਹੱਪਣ ਵੀ ਭੁੱਖ ਦੇ ਅੱਗੇ ਝੁਕ ਜਾਂਦਾ ਏ। ਤੇ ਮੈਂ ਬੇਨਤੀ ਕਰਾਂ ਚਲਾਕੀ ਵੀ ਭੁੱਖ ਦੇ ਅੱਗੇ ਝੁਕ ਜਾਂਦੀ ਏ। ਪਰ ਧੰਨ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 40 ਸਿੰਘ ਜਿਹੜੇ 7 ਮਹੀਨਿਆਂ ਤੋਂ ਭੁੱਖੇ ਨੇ, ਕੁਝ ਨਹੀਂ ਖਾਦਾ, ਅੱਜ ਵੀ ਖਾਣ ਨੂੰ ਕੁਝ ਨਹੀਂ ਮਿਲਿਆ, ਪਰ ਉਹਨਾਂ ਗੁਰੂ ਦਿਆਂ ਲਾਲਾਂ ਨੇ ਆਪਣੇ ਗੁਰੂ ਦਾ ਸਾਥ ਨਹੀਂ ਛੱਡਿਆ, ਆਪਣੇ ਗੁਰੂ ਦਾ ਸਾਥ ਨਹੀਂ ਛੱਡਿਆ। ਹੁਣ ਸਾਧ ਸੰਗਤ ਧਿਆਨ ਦੇਣਾ, ਜਦੋਂ ਰਹਿ ਰਾਸ ਦੇ ਪਾਠ ਦੀ ਸਮਾਪਤੀ ਹੋਈ, ਦੀਵਾਨ ਦੀ ਸਮਾਪਤੀ ਹੋਈ, ਅਰਦਾਸ ਬੇਨਤੀ ਕੀਤੀ, ਉਸ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਤੇ ਜਦੋਂ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਕੀਤਾ, ਸਾਰੇ ਸਿੰਘ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵੱਲ ਤੱਕਦੇ ਨੇ, ਮਨ ਵਿੱਚ ਸੋਚਦੇ ਨੇ ਕੋਈ ਸਮਾਂ ਸੀ ਜਦੋਂ ਮਹਾਰਾਜ ਤੇ ਤਖਤ ਝੁਲਦੇ, ਜਦੋਂ ਮਹਾਰਾਜ ਤਖਤਾਂ ਤੇ ਬਹਿੰਦੇ ਸੀ, ਜਦੋਂ ਮਹਾਰਾਜ ਦੇ ਸੀਸ ਤੇ ਚਵਰ ਝੁਲਦੇ ਸੀ, ਮਹਾਰਾਜ ਸੋਹਣਿਆ ਸੋਹਣਿਆ ਆਸਣਾਂ ਤੇ ਸੌਂਦੇ ਸੀ। ਕੀ ਹੋਇਆ? ਅੱਜ ਤਖਤ ਨਹੀਂ, ਅੱਜ ਚਵਰ ਨਹੀਂ, ਅੱਜ ਸੋਹਣੇ ਆਸਣ ਨਹੀਂ। ਅਸੀਂ ਵੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਭੁੰਜੇ ਨਹੀਂ ਸੌਣ ਦੇਣਾ, ਬਲਕਿ ਅਸੀਂ ਆਪਣੇ ਕਮਰ ਕੱਸਿਆਂ ਦਾ, ਆਪਣੇ ਕੱਪੜਿਆਂ ਦਾ ਇੱਕ ਤੰਬੂ ਤਿਆਰ ਕਰਾਂਗੇ, ਮਹਾਰਾਜ ਉਸ ਤੰਬੂ ਦੇ ਵਿੱਚ ਵਿਸ਼ਰਾਮ ਕਰਨਗੇ। ਔਰ ਧਿਆਨ ਦੇਣਾ, ਉਹ ਜਿਹੜੇ ਗੁਰੂ ਦੇ 40 ਸਿੰਘ ਨੇ, ਉਹਨਾਂ 40 ਸਿੰਘਾਂ ਨੇ ਆਪਣੇ ਕੱਪੜਿਆਂ ਦੇ ਨਾਲ, ਆਪਣੇ ਕਮਰ ਕੱਸਿਆਂ ਦੇ ਨਾਲ 2 ਤੰਬੂ ਤਿਆਰ ਕੀਤੇ। ਇੱਕ ਤੰਬੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵਾਸਤੇ ਤਿਆਰ ਕੀਤਾ ਤੇ ਇੱਕ ਤੰਬੂ ਉਹਨਾਂ ਗੁਰੂ ਦਿਆਂ ਲਾਲਾਂ ਨੇ ਵੱਡੇ ਸਾਹਿਬਜ਼ਾਦਿਆਂ ਵਾਸਤੇ ਤਿਆਰ ਕੀਤਾ। ਹੁਣ ਧਿਆਨ ਦੇਣਾ, ਕਲਗੀਧਰ ਪਾਤਸ਼ਾਹ ਮਹਾਰਾਜ ਉਸ ਤੰਬੂ ਦੇ ਵਿੱਚ ਜਾਂਦੇ ਨੇ, 40 ਸਿੰਘ ਜਿਹੜੇ ਨੇ ਉਹ ਭੁੰਜੇ ਸੌਂ ਜਾਂਦੇ ਨੇ, ਛੋਟੇ ਵੱਡੇ ਸਾਹਿਬਜ਼ਾਦੇ ਵੀ ਤੰਬੂ ਦੇ ਵਿੱਚ ਜਾਂਦੇ ਨੇ। ਔਰ ਇਹ ਸਾਰਾ ਜ਼ਿਕਰ ਜੋਗੀ ਅੱਲਾ ਯਾਰ ਖਾਨ ਨੇ ਬੜਾ ਸੋਹਣਾ, ਬੜਾ ਪਿਆਰਾ ਕੀਤਾ ਹੈ। ਉਹ ਕਹਿੰਦਾ ਕੁਛ ਲੇਟ ਗਏ ਖਾਕ ਪਰ ਜੀ ਪੋਸ਼ ਬਿਸ਼ਾਕਰ, ਖਾਕ ਕਹਿੰਦੇ ਨੇ ਮਿੱਟੀ ਨੂੰ। ਉਹ ਕਹਿੰਦਾ ਕੁਝ ਸਿੰਘ ਜਿਹੜੇ ਨੇ ਉਹ ਥੱਲੇ ਭੁੰਜੇ ਹੀ ਮਿੱਟੀ ਦੇ ਉੱਤੇ ਲੇਟ ਗਏ, ਲੰਮੇ ਪੈ ਗਏ, ਕਾਠੀਆਂ ਦੇ, ਘੋੜਿਆਂ ਦੀਆਂ ਕਾਠੀਆਂ ਦੇ ਸਰਾਣੇ ਬਣਾ ਕੇ। ਕੁਛ ਲੇਟ ਗਏ ਖਾਕ ਪਰ ਜੀ ਪੋਸ਼ ਬਿਸ਼ਾਕਰ, ਪਹਿਰਾ ਦੇने लगे कई तलवार उठाकर। ਤੇ ਕੁਝ ਸਿੰਘ ਜਿਹੜੇ ਨੇ ਉਹ ਚਮਕੌਰ ਦੀ ਗੜੀ ਦੇ ਵਿੱਚ ਪਹਿਰਾ ਦੇਣ ਲੱਗ ਪਏ। ਕੁਝ ਸਿੰਘ ਜਿਹੜੇ ਨੇ ਉਹ ਪਹਿਰੇ ਤੇ ਖਲੋਤੇ ਨੇ, ਜਿੱਦਾਂ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ। ਕੁਛ ਲੇਟ ਗਏ ਖਾਕ ਪਰ ਜੀ ਪੋਸ਼ ਬਿਸ਼ਾਕਰ, ਪਹਿਰਾ देने लगे कई तलवार उठाकर। गोविंद पी शबबाश हुए खेमे में जाकर, देखा तो बैठे हैं गर्दन को झुकाकर। वाहे गुरु है मुख से निकलता, तू ही तू है मुख से निकलता। जब 1.5 घड़ी रात गई जिक्रे खुदा में, खेमे से निकल आए सरकार हवा में। कहते महाराज तंबू च गए, तंबू च बह के सतगुरु पातशाह वाहेगुरु दा जाप करते ने, उस अकाल पुरख परमात्मा दा शुकराना करते ने। जदों अद्धी रात होई ना, अद्धी रात महाराज उस तंबू दे विचों बाहर निकल आए। जब 1.5 घड़ी रात गई जिक्रे खुदा में, खेमे से निकल आए सरकार हवा में। कदमों से टहलते थे मगर दिल था दुआ में, बोले ऐ खुदावंत हूं खुश तेरी रजा में। करतार से कहते थे गोवा रूबरू होकर, कल जाऊंगा चमकौर से सरखरू होकर। मैं तेरा हूं, मेरे बच्चे भी तेरे हैं मौला, है तेरे थे तेरे रहेंगे दाता। जिस हाल में तू रखे वो हाल है अच्छा, जुज शुक्र के जुबां पर आने का नहीं है शिकवा।
खालसा जी लेटे हुए हैं जमी पर, हमें किस तरह चैन आए शाहे नसीब पर। हुण ध्यान देना, दो तंबू तैयार कीते ने, एक साहिबजादियां वास्ते, एक कलगीधर पातशाह वास्ते। आप सिंह बाहर भुंजे सुते ने, वड्डे साहिबजादे तंबू दे विच सुते ने। ते मैं बेनती करां, गुरु गोबिंद सिंह महाराज है तंबू दे विच, पर सतगुरु पातशाह सुते नहीं। महाराज वाहिगुरू वाहिगुरू दा जाप करते ने, अकाल दा शुकराना करते ने। ते जदों अद्धी रात होई ना, अद्धी रात, महाराज उस तंबू दे विचों बाहर निकले। जदों महाराज बाहर निकले, महाराज ने वेखिया मेरे 40 सिंह घूक सुते पए ने। हुण इतिहास कहंदा है, जदों कलगीधर पातशाह महाराज ने अपने 40 सिंघां नूं सुते वेखिया, जदों अपने वड्डे फरजंदां नूं सुते वेखिया, ते महाराज ने दोवें हथ जोड़ के अकाल दे चरनां विच अरदास कीती कि ऐ अकाल पुरख परमात्मा, मेरे पुत्तर मेरियां अखां दे सामणे ने, मेरे 40 सिंह मेरियां अखां दे सामणे ने, ते इन्हां नूं अखां दे सामणे वेख के जिद्दां अज मैं तुहाडी याद दे विच जुड़िया, कल नूं इन्हां सारियां ने मेरियां अखां दे सामणे शहादत दा जाम पी जाना है। महाराज किरपा करियो, जिद्दां अज मैं तुहाडी याद विच जुड़िया, तुहाडा शुकराना कर रहा, जदों इन्हां सारियां ने कल नूं मेरियां अखां दे सामणे शहादत दा जाम पीना, महाराज इसे तरह मैं तुहाडी याद दे विच जुड़िया रवां, महाराज इसे तरह मैं तुहाडा शुकराना करां। हुण साध संगत ध्यान देना, इतिहास कहंदा है भी कलगीधर पातशाह महाराज पहला अपने सिंघां नूं प्यार करते हैं। जोगी अल्लाह यार खान ने बड़ा सोहना लिखिया, साफे कभी सिंघों के उठाते थे जमी से। साफे कहंदे ने दस्तारां नूं। साफे कभी सिंघों के उठाते थे जमी से, केस उसके जो झाड़े तो ली खाक उस जबी से, सर ठीक किए सरके हुए बालस जी से, तरतीब दी हर चीज को ला ला के कहीं से, हासा किसी मुर्शिद में जे इसार नहीं देखा, जे प्यार किसी पीर में जिनहार नहीं देखा। कहंदे महाराज ने अपने सिंघां दियां दस्तारां ठीक कीतियां, क्योंकि सिंह सुते ने और 7 महीनों बाद अज सुख दी नींद नसीब हुई है। हुण सिंह सुते पए ने ते सुते होया उन्हां दियां दस्तारां उतरियां होईयां ने। कलगीधर पातशाह महाराज ने उन्हां गुरु क्या लालां दियां दस्तारां ठीक कीतियां। जिथे महाराज दस्तारां ठीक करते ने, महाराज प्यार दे नाल अपने सिंघां दे केस झाड़ते ने। जदों महाराज केस झाड़ते ने ते जिहड़ी केसां दे उत्तों मिट्टी लथदी पई है, जिहड़ी चरण धूड़ लथदी पई है, उहनूं महाराज अपने मत्थे दे उत्ते लाउंदे ने। कहंदे कलगीधर पातशाह महाराज उन्हां जिहड़े सिंह सुते पए ने, उन्हां दी तरतीब ठीक करदे पए ने, उन्हां नूं सिद्धे करदे पए ने। ते जोगी अल्लाह यार खां कहंदा, हासा किसी मुर्शिद में जे इसार नहीं देखा, जे प्यार किसी पीर में जिनहार नहीं देखा। जोगी अल्लाह यार खां कहंदा, इस संसार ते बड़े पैगंबर होए, पर जिन्ना प्यार गुरु गोबिंद सिंह महाराज ने चमकौर दी गढ़ी दे अंदर अपने सिंघां नूं कीता, इन्ना प्यार अज तक दुनिया दे इतिहास दे विच किसे पैगंबर ने अपने सिख नूं, अपने चेले नूं नहीं कीता, जिन्ना प्यार कलगीधर अपने सिंघां नूं करदे ने। और ध्यान देना साध संगत, एक गल इत्थे जोगी अल्लाह यार खान ने होर बड़ी कमाल दी कही। वो कहंदा, कलगीधर पातशाह महाराज अपने सिंघां दियां दस्तारां चुमदे ने, महाराज अपने सिंघां दे मत्थे चुमदे ने, कलगीधर ने अपने सिंघां दे हथ चुमे। ते जदों महाराज ने पैर वेखे ना, पैरां दे विचों लहू निकले आए, ठंड दे नाल लहू पैरां विच जम्मिया होया है। महाराज कोलों रिहा नहीं गया, जिथे बापू दस्तारां चुंबदा है, मत्था चुम्मिया, जिथे हाथ चुम्मे, उथे कलगीधर पातशाह महाराज ने अपने सिंघां दे पैर भी चुम्मे। और बकायदा जोगी अल्लाह यार खान ने लिखिया, वो कहंदा, जिन सिंघों ने कल मौत के साहिल था उतरना, जिन खालसों ने कल था जंग में मरना, बाली के शहीदों के हुआ जबक गुजरना, मुश्किल हुआ पाम कदम आगे को धरना, चूमा कभी हलकूम दहन चूमने बैठे, जब पाइंती आए तो चरण चूमने बैठे। कहंदे जिथे दस्तारां चुमियां,
ਜਿੱਥੇ ਮੱਥਾ ਚੁੰਮਿਆ, ਹੱਥ ਚੁੰਮੇ, ਉੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਸਿੰਘਾਂ ਦੇ ਪੈਰ ਚੁੰਮਦੇ ਨੇ। ਤੇ ਜੋਗੀ ਅੱਲਾ ਯਾਰ ਖਾਂ ਕਹਿੰਦਾ ਬੜਾ ਪਿਆਰ ਕੀਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ 40 ਸਿੰਘਾਂ ਨੂੰ। ਹੁਣ ਧਿਆਨ ਦੇਣਾ, ਪਹਿਲਾਂ ਮਹਾਰਾਜ ਆਪਣੇ ਸਿੰਘਾਂ ਨੂੰ ਪਿਆਰ ਕਰਦੇ ਨੇ, ਫਿਰ ਮਹਾਰਾਜ ਉਸ ਤੰਬੂ ਦੇ ਵਿੱਚ ਜਾਂਦੇ ਨੇ ਜਿਸ ਤੰਬੂ ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਸੁੱਤੇ ਪਏ ਨੇ। ਤੇ ਇੱਥੇ ਵੀ ਜੋਗੀ ਅੱਲਾ ਯਾਰ ਖਾਂ ਨੇ ਬੜਾ ਸੋਹਣਾ ਲਿਖਿਆ ਜੀ। ਉਹ ਕਹਿੰਦਾ ਬਾਕੀ ਥੀ ਰਾਤ ਗੁਰੂ ਖੇਮੇ ਮੇ ਆਏ। ਪਹਿਲਾਂ ਆਪਣੇ ਸਿੰਘਾਂ ਨੂੰ ਪਿਆਰ ਕਰ ਲਿਆ ਮਹਾਰਾਜ ਨੇ ਰੱਜ ਕੇ, ਤੇ ਫਿਰ ਮਹਾਰਾਜ ਤੰਬੂ ਦੇ ਵਿੱਚ ਆਪਣੇ ਪੁੱਤਰਾਂ ਦੇ ਕੋਲ ਆਉਂਦੇ ਨੇ। ਤੇ ਜੋਗੀ ਅੱਲਾ ਯਾਰ ਖਾਂ ਨੇ ਇਹ ਦ੍ਰਿਸ਼ ਨੂੰ ਬੜਾ ਸੋਹਣਾ ਜਿਹੜਾ ਆਪਣੇ ਜਿਹੜੇ ਕਲਮ ਨੇ ਉਹਦੇ ਨਾਲ ਉਹਨੇ ਕਲਮ ਬੰਦ ਕੀਤਾ। ਜੋਗੀ ਅੱਲਾ ਯਾਰ ਖਾਂ ਕਹਿੰਦਾ ਬਾਕੀ ਥੀ ਰਾਤ ਗੁਰੂ ਖੇਮੇ ਮੇ ਆਏ, ਸ਼ਹਿਜ਼ਾਦੇ ਜਹਾਂ ਦੋਨੋਂ ਹੀ ਸੋਤੇ ਹੋਏ ਪਾਏ। ਜਦੋਂ ਮਹਾਰਾਜ ਤੰਬੂ ਵਿੱਚ ਆਏ ਨਾ, ਤੇ ਮਹਾਰਾਜ ਦੇ ਦੋਵੇਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਤੇ ਬਾਬਾ ਜੁਝਾਰ ਸਿੰਘ, ਦੋਵੇਂ ਸਾਹਿਬਜ਼ਾਦੇ ਮਹਾਰਾਜ ਦੇ ਤੰਬੂ ਦੇ ਵਿੱਚ ਸੁੱਤੇ ਪਏ ਨੇ। ਬਾਕੀ ਥੀ ਰਾਤ ਗੁਰੂ ਖੇਮੇ ਮੇ ਆਏ, शहजादे जहां दोनों ही सोते हुए पाए, दोनों ही के मुख से गेसू जो हटाए, अल्फाक ने छुपा के मेहू मेहर छुपाए। कहते जिद्दां ही महाराज ने अपने पुत्रां दे चेहरे तो उन्हां दे केस पासे कीते, ते कहते जिहड़े महाराज दे साहिबजादियां दे चेहरे ने ਉਹਨਾਂ ਦੇ ਉੱਤੇ ਇੱਕ ਵੱਖਰਾ ਨੂਰ ਹੈ, ਉਹਨਾਂ ਦੇ ਚਿਹਰਿਆਂ ਤੇ ਇੱਕ ਵੱਖਰੀ ਰੂਹਾਨੀਅਤ ਹੈ। ਤੇ ਜਦੋਂ ਕਹਿੰਦੇ ਅਸਮਾਨ ਨੇ ਸਾਹਿਬਜ਼ਾਦਿਆਂ ਦੇ ਚਿਹਰਿਆਂ ਦਾ ਨੂਰ ਵੇਖਿਆ, ਤੇ ਕਹਿੰਦੇ ਅਸਮਾਨ ਨੇ ਵੀ ਸ਼ਰਮਾ ਕੇ ਚੰਦਰਮਾ ਨੂੰ ਆਪਣੇ ਵਿੱਚ ਲੁਕਾ ਲਿਆ। ਸਤਿਗੁਰ ਨੇ ਦੇਹਨ ਜਬ ਦੇਹਨ पे रखा, कमला के हर फूल ने सरपाक पे रखा। ਕਹਿੰਦੇ जिस तरह कलगीधर पातशाह अपने पुत्रां नूं प्यार करते पे ने तंबू दे विच, कहंदे संसार दे सारे जिहड़े फुੱਲ सी वो मुरझा गए, उन्हां ने सिर नीवें कर ले जदों उन्हां ने कलगीधर पातशाह नूं प्यार करदिआं वेखिआ। हुण ध्यान देना, 40 ਸਿੰਘਾਂ ਨੂੰ प्यार कीता, अपने लाला नूं प्यार कीता। अमृत वेला होया, अज भागां वालिओ चमकौर दी जंग होनी है। 10 ਲੱਖ फौज ने चमकौर नूं घेरा पाया होया। अमृत वेला होया, अमृत वेले दे दीवान सजाए गए, नितनेम दियां बाणियां दे पाठ होए, अरदास बेनती होई, ते कलगीधर पातशाह महाराज ने सारे ਸਿੰਘਾਂ ਨੂੰ अपने कोल सद्दिया। सारे सिंह गुरु गोबिंद सिंह सच्चे पातशाह महाराज दे कोल आए, वड्डे फरजंद भी ने। ते महाराज भाई दया सिंह नूं कहंदे ने, भाई दया सिंह जी, कई कौमां इस संसार दे उत्ते पैदा होईयां ते मिट गईयां। भाई दया सिंह जी, मैं अकाल पुरख परमात्मा दी किरपा दे नाल सदा अटल रहण वाला खालसा सिरजिआ है। अज 10 पातशाहियां दे कीते होए काम दी परख होनी है। तुसी कल्ले कल्ले सिंह ने 1.25 ਲੱਖ ਦਾ मुकाबला करना है। बोले फिर दशमेश जी खंडा लिशकाकर, 10 ਲੱਖ वैरी पालिया अज घेरा आके, मैं तकना ए बल तुसां दा अज इउं अजमा के रज दा खंडा किस दा सिर कितने ला के, मैं समझांगा सिंह उस नूं जो रण विच जाके लड़ेगा 1.25 ਲੱਖ नाल कल्ला हिक डाके। हुण ध्यान देना, कलगीधर पातशाह महाराज ने ਸਿੰਘਾਂ ਨੂੰ ਤਿਆਰ ਬਰ ਤਿਆਰ ਕੀਤਾ। बाहर 10 ਲੱਖ फौज का घेरा पिया होया है। ध्यान देना साध संगत, सब तो पहला भाई हिम्मत सिंह 5 प्यारिਆਂ ਦੇ ਵਿੱਚੋਂ महाराज ਨੂੰ ਕਹਿੰਦੇ ਨੇ, महाराज मैं जावांगा अपना जत्था लैके। महाराज बड़े खुश होए। कलगीधर पातशाह महाराज भाई हिम्मत सिंह ਦੇ जत्थे ਨੂੰ ਤੋਰਦੇ ਨੇ, ਤੇ ਭਾਗਾਂ ਵਾਲਿਓ भाई हिम्मत सिंह का जत्था बाहर जाता है, चमकौर दी गढ़ी दे बाहर जाता है, ते बहुत समा भाई हिम्मत सिंह का जत्था उत्थे लड़दा है, ते लड़दियां शहादत का जाम पी जाता है। इस तरह भाई साहिब सिंह का जत्था गया, वो भी लड़दियां शहादत का जाम पी गया। जदों 1-2 जत्थे शहादत का जाम पी गए, ते सच जाणिओ
ਬਾਬਾ ਅਜੀਤ ਸਿੰਘ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਵੱਡੇ ਫਰਜ਼ੰਦ ਆ ਕੇ ਮਹਾਰਾਜ ਨੂੰ ਕਹਿੰਦੇ ਨੇ, ਮਹਾਰਾਜ ਪਿਤਾ ਜੀ ਮੈਂ ਵੀ ਮੈਦਾਨੇ ਜੰਗ ਦੇ ਵਿੱਚ ਜਾਣਾ ਹੈ। ਤੇ ਜਦੋਂ ਬਾਬਾ ਅਜੀਤ ਸਿੰਘ ਸਾਹਿਬ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਆ ਕੇ ਇਹ ਗੱਲ ਕਹੀ ਕਿ ਪਿਤਾ ਜੀ ਮੈਂ ਵੀ ਮੈਦਾਨੇ ਜੰਗ ਵਿੱਚ ਜਾਣਾ ਹੈ, ਤੇ ਸੱਚ ਜਾਣਿਓ ਭਾਗਾਂ ਵਾਲਿਓ, ਕਲਗੀਧਰ ਪਾਤਸ਼ਾਹ ਮਹਾਰਾਜ ਬਹੁਤ ਜ਼ਿਆਦਾ ਖੁਸ਼ ਹੋਏ ਤੇ ਮਹਾਰਾਜ ਨੇ ਬਾਬਾ ਅਜੀਤ ਸਿੰਘ ਸਾਹਿਬ ਨੂੰ ਥਾਪੜਾ ਦੇ ਕੇ ਤੋਰਿਆ ਤੇ ਕਹਿੰਦੇ ਨੇ ਬਾਬਾ ਅਜੀਤ ਸਿੰਘ ਸਾਹਿਬ ਆਪਣਾ ਜੱਥਾ ਲੈ ਕੇ ਚਮਕੌਰ ਦੀ ਗੜੀ ਤੋਂ ਬਾਹਰ ਆਏ, ਬਹਾਦਰੀ ਦੇ ਯੌਰ ਵਿਖਾਏ। ਕਈ ਘੰਟੇ ਬਾਬਾ ਅਜੀਤ ਸਿੰਘ ਸਾਹਿਬ ਦੁਸ਼ਮਣਾਂ ਨਾਲ ਲੜਦੇ ਨੇ, ਦੁਸ਼ਮਣਾਂ ਦਾ ਮੁਕਾਬਲਾ ਕਰਦੇ ਨੇ ਤੇ ਅੰਤ ਨੂੰ ਬਾਬਾ ਅਜੀਤ ਸਿੰਘ ਸਾਹਿਬ ਸ਼ਹਾਦਤ ਦਾ ਜਾਮ ਪੀ ਕੇ ਜਦੋਂ ਧਰਤੀ ਤੇ ਡਿੱਗਦੇ ਨੇ, ਸ਼ਹੀਦ ਹੁੰਦੇ ਨੇ, ਕਲਗੀਧਰ ਪਾਤਸ਼ਾਹ ਮਹਾਰਾਜ ਮੌਂਟੀ ਤੇ ਖਲੋ ਕੇ ਸਾਰਾ ਕੁਝ ਆਪਣੀਆਂ ਅੱਖਾਂ ਦੇ ਨਾਲ ਵੇਖਦੇ ਪਏ ਨੇ। ਜਦੋਂ ਵੱਡਾ ਪੁੱਤ ਸ਼ਹਾਦਤ ਦਾ ਜਾਮ ਪੀਂਦਾ ਏ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ 5 ਜਕਾਰੇ ਲਾ ਕੇ ਉਸ ਰੱਬ ਦਾ, ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ। ਹੁਣ ਸਾਧ ਸੰਗਤ ਧਿਆਨ ਦੇਣਾ, ਜਦੋਂ ਵੱਡੇ ਸਾਹਿਬਜ਼ਾਦੇ ਸ਼ਹਾਦਤ ਦਾ ਜਾਮ ਪੀਂਦੇ ਨੇ, ਬਾਬਾ ਅਜੀਤ ਸਿੰਘ ਸਾਹਿਬ ਸ਼ਹਾਦਤ ਦਾ ਜਾਮ ਪੀਂਦੇ ਨੇ ਤੇ ਬਾਬਾ ਜੁਝਾਰ ਸਿੰਘ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਆਉਂਦੇ ਨੇ। ਆ ਕੇ ਮਹਾਰਾਜ ਨੂੰ ਕਹਿੰਦੇ ਨੇ, ਪਿਤਾ ਜੀ ਮੈਂ ਵੀ ਮੈਦਾਨੇ ਜੰਗ ਦੇ ਵਿੱਚ ਜਾਣਾ, ਪਿਤਾ ਜੀ ਮੈਨੂੰ ਵੀ ਮੈਦਾਨੇ ਜੰਗ ਦੇ ਵਿੱਚ ਭੇਜੋ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹ ਨਹੀਂ ਕਿਹਾ ਕਿ ਜਦੋਂ ਮੈਂ ਆਨੰਦਪੁਰ ਤੋਂ ਤੁਰਿਆ ਸੀ ਮੇਰੇ ਚਾਰੇ ਫਰਜ਼ੰਦ ਮੇਰੇ ਨਾਲ ਸੀ, ਦੋ ਦਾ ਕੋਈ ਪਤਾ ਨਹੀਂ ਉਹ ਕਿੱਥੇ ਨੇ, ਵੱਡਾ ਪੁੱਤ ਮੇਰੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਿਆ, ਆ ਇੱਕ ਪੁੱਤ ਮੇਰੇ ਕੋਲ ਰਹਿ ਗਿਆ, ਮੈਂ ਇਹਨੂੰ ਹੀ ਸਾਂਭ ਕੇ ਰੱਖ ਲਵਾਂ। ਨਹੀਂ ਭਾਗਾਂ ਵਾਲਿਓ, ਜਦੋਂ ਬਾਬਾ ਜੁਝਾਰ ਸਿੰਘ ਨੇ ਇਹ ਗੱਲ ਕਹੀ, ਪਿਤਾ ਜੀ ਮੈਂ ਵੀ ਮੈਦਾਨੇ ਜੰਗ ਦੇ ਵਿੱਚ ਜਾਣਾ, ਤੇ ਮਹਾਰਾਜ ਨੇ ਥਾਪੜਾ ਦੇ ਕੇ ਇਹ ਗੱਲ ਕਹੀ, लो जाओ सिधारो तुम्हें करतार को सौंपा, मरो जा मारो तुम्हें करतार को सौंपा, रब को ना बिसारो तुम्हें करतार को सौंपा, सिक्खी को उबारो तुम्हें करतार को सौंपा, ख्वाहिश है रण में तुम्हें जाते हुए देखें, ख्वाहिश है आंख से बरशी तुम्हें खाते हुए देखें। पुत्रा जाओ मैदाने जंग दे विच, मेरी ते ख्वाहिश है, मेरी ते रीझ है, कदों मेरा पुत मैदाने जंग दे विच जावे, कदों एदी छाती दे विच बरशी वजे, मेरा पुत शहादत दा जाम पीवे, मैं अपनियां अखां दे नाल अपने पुत्र नूं शहीद हुंदियां वेखना चाहुंदा। हुण ध्यान देना, बाबा जुझार सिंह जी शहादत दा जाम पींदे ने, जदों बाबा अजीत सिंह शहीद होए उदों भी महाराज 5 जकारे ला के रब दा शुकराना करदे ने, ते जदों बाबा जुझार सिंह जी शहादत दा जाम पींदे ने उदों भी धन गुरु गोबिंद सिंह महाराज 5 जकारे ला के उस रब दा, उस परमात्मा दा शुकराना करदे ने। किसे विद्वान ने बड़ा सोहना लिखिया, वो कहंदा हस शहीदी पा गया जद लाल छुटेरा, अखां सावें हो गया ओ बेरा बेरा, उंगल ला के लै गया ओनू वीर वडेरा, हथ बन बोले सतगुरु वाह भाणा तेरा, पंथ वसे मैं उजड़ा मन चाओ कनेरा, वाहो वाहो गोबिंद सिंह धन तेरा जेरा, वाहो वाहो गोबिंद सिंह धन तेरा जेरा। राही कोई प्रीत दियां मंजिलां दा, इउं मंजिल मुकाम दा वेखिया ना, हंसां जहे प्यारे पुत्रां नूं झोली मौत दी पाम दा वेखिया ना, पैर पैर ते राज नूं मार ठोकर हीरे लाल गवाम दा वेखिया ना, पिता कोई भी पुत दी मौत उत्ते गीत खुशी दे गाम दा वेखिया ना, पिता कोई भी पुत दी मौत उत्ते गीत खुशी दे गाम दा वेखिया ना। भागां वालिओ, किसे बाप दे सामने ਉਹਦੇ ਪੁੱਤਰ ਦੀ ਲਾਸ਼ ਪਈ ਹੋਵੇ ਤੇ ਬਾਪ ਦੀਆਂ ਧਾਹਾਂ ਨਿਕਲ ਜਾਂਦੀਆਂ ਨੇ, ਸੱਚ ਜਾਣਿਓ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਉਹਦੇ ਫਰਜ਼ੰਦ ਸ਼ਹਾਦਤ ਦਾ ਜਾਮ ਪੀ ਗਏ। ਜੋਗੀ ਅੱਲਾ ਯਾਰ ਖਾਂ ਕਹਿੰਦਾ ਇੱਕ ਵੀ ਅਥਰੂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਅੱਖਾਂ ਦੇ ਵਿੱਚੋਂ ਬਾਹਰ ਨਹੀਂ ਆਇਆ। याकूब के यूसुफ को बिछड़ने ने रुलाया,
कटवा के चार पिसर एक आंसू ना गिराया। कि महाराज दे चारे फरजंद शहीद हो गए पर महाराज दियां अखां दे विच एक भी अथरू नहीं आया। साध संगत, साडे बहुत सत्कारयोग भाई बलविंदर सिंह जी रंगीला कौम दे महान कीर्तनीय जिन्हां ने दास तो बाद आप सरबत संगत नूं गुरबाणी कीर्तन राही निहाल करना है ते बड़े प्यार दे नाल भावना दे नाल आपां इन्हां पासों कीर्तन दा आनंद मानना है। केवल दास ने 2 मिनट होर लैने ने, उस तो बाद दास ने फतेह बुला देनी है। हुण ध्यान देना साध संगत, कहंदे ने कुछ सिंह शहीद हो गए, कलगीधर पातशाह महाराज दे वड्डे फरजंद शहीद हो गए। रात होई महाराज भाई दया सिंह नूं कहंदे ने कि भाई दया सिंह जी कल नूं असीं भी मैदाने जंग दे विच जावांगे। भाई दया सिंह ने कहा महाराज नहीं, असीं तुहानूं मैदाने जंग विच जाण नहीं देना। महाराज ना मन्ने ते भाई दया सिंह ने 5 प्यारिਆਂ दे रूप विच कलगीधर पातशाह महाराज नूं बेनती कीती ते जदों 5 दे रूप विच महाराज नूं बेनती कीती ते महाराज ने इस गल नूं स्वीकार कर लिया। भागां वालिओ, चमकौर दी गढ़ी नूं सतगुरु पातशाह अद्धी रात नूं छड्डदे ने। हुण ध्यान देना जी, जदों महाराज चमकौर दी गढ़ी विचों निकलदे ने नाल भाई दया सिंह, भाई धर्म सिंह ते भाई मान सिंह, महाराज उन्हां नूं समझा दिंदे ने कि तुसीं तारियां दी सेध मुताबक अंम੍ਰਿਤ वेले सानूं मिलना है। हुण जदों सतगुरु पातशाह चमकौर दी गढ़ी दे विचों बाहर निकलदे ने, 5 प्यारिਆਂ ने बेनती कीती ते महाराज ने यह गल कही सी, खालसा मेरो रूप है खास, खालसे मैं हो करो निवास, खालसा मेरो मुख है अंगा, खालसे के हों सद सद संगा, खालसा मेरो इष्ट सुहिरद, खालसा मेरो कहियत बिरद, खालसा मेरो पछ अरपादा, खालसा मेरो मुख अहलादा, हऊँ खालसे का खालसा मेरो ओत पोत सागर बंदेरो। भागां वालिओ, महाराज ने कहा सी खालसा मेरा सज्जन सूरा, खालसा मेरा सतगुर पूरा। सतगुर दी पदवी दित्ती सी खालसे नूं ते महाराज ने कहा सी खालसा मैनूं कोई हुक्म लाएगा मैं वो हुक्म जरूर मन्नागा। ते खालसे दे रूप विच भाई दया सिंह कलगीधर नूं बेनती करदे ने कि महाराज तुसीं चमकौर दी गढ़ी नूं छड्ड के चले जाओ। हुण ध्यान देना, महाराज ताड़ी मार के डर के नहीं गए, महाराज लोके नहीं गए, बल्कि महाराज ताड़ी मार के चमकौर दी गढ़ी दे विचों बाहर निकलदे ने। कहंदे सतगुरु पातशाह अद्धी रात नूं चमकौर दी गढ़ी विचों बाहर निकले। जदों महाराज बाहर निकले ते कहंदे चारे पासे हनेरा ही हनेरा है। सतगुरु पातशाह तुरे जा रहे ने, तुरदियां तुरदियां गुरु गोबिंद सिंह महाराज दे पैर नूं ठेडा लगा। हुण भागां वालिओ ध्यान देना, वो ठेडा किसी इट दा नहीं, वो ठेडा किसी पत्थर दा नहीं, किसी रोड़े दा नहीं, बल्कि उत्थे बाबा जुझार सिंह दी लाश पई हुई है। बाबा जुझार सिंह दी लाश अपने पुत्र दी लाश नाल कलगीधर पातशाह महाराज नूं ठेडा लगदा है। महाराज वेखदे ने मेरा पुੱਤ है, महाराज गल वकड़ी नहीं पाउंदे, प्यार नहीं करदे, मत्था नहीं चुमदे, महाराज अगे लंघ जांदे ने। पिछे प्यारे भाई दया सिंह वेखिया बाबा जुझार सिंह दी लाश है, कोल बह गए। कहंदे भाई दया सिंह ने प्यार कीता। भाई दया सिंह कमर कस्सा खोल के बाबा जुझार सिंह दे उत्ते देण लगे ने ते कहंदे उधरों बदलां दे विच बिजली चमकी, चानण होया। महाराज पिछे मुड़ के वेखदे ने ते ये सारा कुछ एक कवि ने बहुत सोहना लिखिया। वो कहंदा बदलां चों बिजली चमके सी मार दी, होई रशनाई जां सुनहरी जही तार दी, दया सिंह वल्ले निगाह गई जां दतार दी, पट्टां उत्ते लोथ लैके बैठा सी जुझार दी, मौत दे हनेरे विच जिंदगी सी झूमदी, बोले दया सिंह लाश तक के मासूम दी, जिंदगी दे दातिया सुनहरी बाजां वालिया, बड़े ही प्यार नाल पुत्तां नूं तू पालिया, वेख के जुझार नूं क्यों पैर खिसका लिया, एक वारी चुक दाता सीने क्यों ना ला लिया, बड़े ही गरीब मापे जग विच पए ने, कफनों बगैर दाता किहदे पुੱਤ गए ने, जी चाहुंदा इत्थे कुछ प्यार जितला दियां, निभाई दी अखीर ओ मैं रस्म निभा दियां,
ਪੱਗ ਲਾ ਕੇ ਸੀਸ ਦੀ ਦੋ ਟੋਟ ਕੇ ਬਣਾ ਦਿਆਂ, ਦੋਵਾਂ ਦੇ ਸਰੀਰਾਂ ਉੱਤੇ ਅੱਧੀ ਅੱਧੀ ਪਾ ਦਿਆਂ। ਬੋਲੇ ਦਸ਼ਮੇਸ਼ ਪਿਤਾ ਮੁਖੋਂ ਲਲਕਾਰ ਕੇ, ਲੈਣਾ ਕੀਏ ਦਇਆ ਸਿੰਘਾ ਪੁੱਤਾਂ ਨੂੰ ਪਿਆਰ ਕੇ। ਵੇਖ ਨਾ ਮੈਦਾਨ ਅੰਦਰ ਜ਼ਰਾ ਨਿਗਾਹ ਮਾਰ ਕੇ, ਸਿੰਘ ਵੀ ਸ਼ਹੀਦ ਹੋਏ ਕਈ ਜਾਨਾਂ ਵਾਰ ਕੇ। ਦੁੱਖ ਸੁੱਖ ਵੇਲੇ ਜਿਹੜੇ ਮੇਰੇ ਭਾਈ ਵਾਲ ਨੇ, ਬਿਨਾਂ ਤਨਖਾਹੋਂ ਜਿਹੜੇ ਰਹੇ ਮੇਰੇ ਨਾਲ ਨੇ, ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਉਹ ਮੁੱਕਦਾ, ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਉਹ ਚੁੱਕਦਾ, ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਉਹ ਚੁੱਕਦਾ। सुनकर बात गुरु जी बोले, सुन भाई गुरसिखा, धर्म की राह पर जो है चलते, नहीं कफन किस्मत में लिखा। फिर एक के संग प्यार जताना, जे कहीं का इंसाफ नहीं। बेटों बेटों में जो फर्क समझे, ऐसा भी कोई बाप नहीं, ऐसा भी कोई बाप नहीं। कलगीधर पातशाह महाराज कहंदे, भाई दया सिंह जी केवल मेरे लालां ते तुसी ਜਿਹੜਾ ਹੈ ਕਮਰ ਕੱਸਾ ਨਾ ਪਾਓ, ਬਾਕੀ ਵੀ ਇੱਥੇ 40 ਸਿੰਘ ਮੇਰੇ ਜਿਹੜੇ ਨੇ ਸ਼ਹੀਦ ਹੋਏ ਨੇ, ਜੇ ਇੰਨੇ ਕਮਰ ਕੱਸੇ ਹਨ ਤੇ ਸਾਰਿਆਂ ਤੇ ਪਾ ਦਿਓ, ਪਰ ਮੈਂ ਕੱਲੇ ਆਪਣੇ ਪੁੱਤਰਾਂ ਦੇ ਉੱਤੇ ਕਮਰ ਕੱਸਾ ਨਹੀਂ ਪਾਉਣ ਦੇਣਾ। ਸਾਧ ਸੰਗਤ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤੇ ਧੰਨ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਫਰਜ਼ੰਦ, ਜੇ ਅੱਜ ਸਮੁੱਚੇ ਸੰਸਾਰ ਦੇ ਵਿੱਚ ਕੌਮ ਦੇ ਝੰਡੇ ਝੂਲਦੇ ਪਏ ਨੇ ਤੇ ਇਹ ਸਾਹਿਬਜ਼ਾਦਿਆਂ ਦੀ ਬਦੌਲਤ ਹੈ। जोगी अल्लाह यार खा कहता, हम जान दे के औरों की जाने बचा चले, सिक्खी की नींव हम है सरों पे उठा चले, किस्सा गुरियाई का जहां में बना चले, सिंगों की सल्तनत का पौधा हम लगा चले। अब गद्दी से ताजो तख्त कौम पाएगी, दुनिया से जालमों का निशान तक मिटाएगी। अज आपां उन्हां कलगीधर पातशाह दे लालां दा शहीदी दिहाड़ा मना रहे हैं। जिनका दिन मनाते हो उनकी बात भी समझो, जिनका दिन मनाते हो उनका अर्शदात भी समझो। उन्हां दे पाए होए पूरनियां ते ਆਪਾਂ ਸਾਰਿਆਂ ਨੇ ਚੱਲਣਾ। ਜੋ ਸਿੱਖਿਆਵਾਂ ਉਹ ਸਾਡੀ ਝੋਲੀ ਦੇ ਵਿੱਚ ਪਾ ਕੇ ਗਏ ਨੇ, ਉਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਹੈ। ਧੰਨਵਾਦ ਸਾਰੀਆਂ ਰੱਬ ਵਰਗੀਆਂ ਸੰਗਤਾਂ ਦਾ, ਧੰਨਵਾਦ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਦਾ, ਵੱਡਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤੇ ਗੁਰੂ ਗੋਬਿੰਦ ਸਿੰਘ ਸੇਵਕ ਜੱਥਾ ਜਿਹੜੇ ਹਰ ਸਾਲ ਉਪਰਾਲਾ ਕਰਦੇ ਨੇ। ਔਰ ਮੈਂ ਬੇਨਤੀ ਕਰਾਂ ਸਾਧ ਸੰਗਤ, ਆਪ ਸਰਬੱਤ ਸੰਗਤਾਂ ਨੇ ਆਨਲਾਈਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਤਿਹਾਸ ਸਰਵਣ ਕੀਤਾ ਹੈ। ਫਾਈਨਲ ਕੁਇਜ਼ ਜਿਹੜਾ ਉਹ ਆ 5 ਦਸੰਬਰ ਨੂੰ ਹੋਇਆ ਤੇ ਜਿਹੜੇ ਵਿਨਰ ਚੁਣੇ ਗਏ ਨੇ ਉਹਨਾਂ ਨੂੰ ਕੱਲ ਇਸੇ ਹੀ ਗੁਰੂ ਘਰ ਦੇ ਵਿੱਚ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਬਖਸ਼ਿਸ਼ਾਂ ਦੇ ਕੇ ਸਨਮਾਨਿਤ ਕੀਤਾ ਜਾਣਾ ਹੈ। ਸਤਿਗੁਰੂ ਪਾਤਸ਼ਾਹ ਸਾਰੀਆਂ ਰੱਬ ਵਰਗੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਣ। ਬਾਣੀ ਪੜ੍ਹੀਏ, ਰੱਬ ਦੀ ਭਗਤੀ ਕਰੀਏ, ਚੰਗੇ ਕੰਮ ਕਰੀਏ। ਸੋ ਸਾਧ ਸੰਗਤ, ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ, ਕੌਮ ਦੇ ਮਹਾਨ ਕੀਰਤਨੀਏ, ਉਹ ਆਪ ਸਰਬੱਤ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਭੁੱਲ ਗਲਤੀ ਦੀ ਖਿਮਾ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।